The theorem number is 2 is let T mapping, that's a T operator, on V vector space into vector space V is a linear operator है, where V is a finite dimensional vector space over the field F. Suppose कि that's a B is the basis of vector space over the field F. Prove that any vector of V belongs to the vector space, that's a T mapping मैट्रिसेस है ऑन विद रिस्पेक्ट टू बी एंड वी अपने पास कोऑर्डिनेट मैट्रिसेस है विद रिस्पेक्ट टू बी इन्हां दोनों का प्रोडक्ट करांगे दैट इज इक्वल टू द टी ऑफ वी विद रिस्पेक्ट टू बी फॉर एनी वैक्टर वी बिलोंग्स टू द वैक्टर स्पेस। ਹੁਣ ਆਪਾਂ ਇਹ ਪ੍ਰੂਵ ਕਰਨਾ ਹੈ ਕਿ ਕੋਈ ਵੀ ਟੀ ਆਪਰੇਟਰ ਹੈ ਜਿਹੜਾ ਵੀ ਮੈਪ ਹੁਣ ਦੇਖੋ ਕਿੱਥੇ ਤੋਂ ਕਿੱਥੇ ਜਾ ਰਿਹਾ ਵੀ ਵੈਕਟਰ ਸਪੇਸ ਹੈ ਇਹ ਵੀ ਵੈਕਟਰ ਸਪੇਸ ਹੈ ਟੀ ਮੈਪਿੰਗ ਲੱਗ ਰਹੀ ਹੈ ਠੀਕ ਹੈ। ਹੁਣ ਇਹਦੇ ਵਿੱਚੋਂ ਕੋਈ ਵੀ ਐਲੀਮੈਂਟ ਆਪਾਂ ਲਵਾਂਗੇ ਤੇ ਉਹ ਟੀ ਮੈਪਿੰਗ ਲਗਾਵਾਂਗੇ ਤੇ ਇਹਦੇ ਵਿੱਚ ਕਿੱਦਾਂ ਦਾ ਐਲੀਮੈਂਟ ਹੋਏਗਾ ਟੀ ਆਫ ਵੀ ਐਲੀਮੈਂਟ ਹੋਏਗਾ। ਅਗਰ ਇਹਨੂੰ v1 ਲੈ ਲੈਂਦੇ ਤੇ ਇਹਦੇ ਵਿੱਚ ਟੀ ਆਫ v1 ਐਲੀਮੈਂਟ ਹੋਏਗਾ ਇਸ ਵੈਕਟਰ ਸਪੇਸ ਦੇ ਵਿੱਚ। ਹੁਣ ਨਾਲ ਹੀ ਉਹਨੇ ਕਿਹਾ ਕਿ ਜਿਹੜੀ ਵੈਕਟਰ ਸਪੇਸ ਹੈ ਉਹ ਫਾਈਨਾਈਟ ਡਾਈਮੈਂਸ਼ਨ ਹੈ ਤੇ ਉਹਦੇ ਵਿੱਚ ਕਿੰਨੇ ਨੰਬਰ ਆਫ ਐਲੀਮੈਂਟ ਹੋਗੇ ਦੈਟਸ ਅ ਫਾਈਨਾਈਟ। ਅਗਰ ਫਾਈਨਾਈਟ ਨੰਬਰ ਆਫ ਐਲੀਮੈਂਟ ਹੈ ਇਟ ਮੀਨਸ ਕਿ ਉਹਦੇ ਬੇਸਿਸ ਦੇ ਵਿੱਚ ਕਿੰਨੇ ਐਲੀਮੈਂਟ ਹੋਗੇ ਦੈਟਸ ਅ ਫਾਈਨਾਈਟ ਨੰਬਰ ਆਫ ਐਲੀਮੈਂਟਸ। ਹੁਣ ਉਹ ਬੇਸਿਸ ਦੇ ਵਿੱਚ ਕਿਹੜੇ ਐਲੀਮੈਂਟ ਹੈ v1 v2 v3 vn ਐਂਡ ਸੋ ਔਨ vn ਦੈਟ ਇਜ਼ ਅ ਬੇਸਿਸ ਆਫ ਵੈਕਟਰ ਸਪੇਸ vf। ਹੁਣ ਉਹ ਕਹਿ ਰਿਹਾ ਕਿ ਪ੍ਰੂਫ ਕੀ ਕਰਨਾ ਹੈ ਕਹਿੰਦੇ ਕਿ ਆਪਾਂ ਕੋਈ v ਐਲੀਮੈਂਟ ਇਸ ਵੈਕਟਰ ਸਪੇਸ ਦੇ ਵਿੱਚੋਂ ਲੈ ਲਿਆ ਠੀਕ ਹੈ। ਹੁਣ ਆਪਾਂ ਇਹ ਪ੍ਰੂਵ ਕਰਨਾ ਹੈ ਕਿ ਜਿਹੜਾ t ਜਿਹੜੀ ਮੈਪਿੰਗ ਹੈ ਆਪਰੇਟਰ ਹੈ ਵਿਦ ਰਿਸਪੈਕਟ ਟੂ ਬੇਸ ਔਰ v ਜਿਹੜਾ ਆਪਣੇ ਕੋ ਕੋਆਰਡੀਨੇਟ ਮੈਟ੍ਰਿਸਿਸ ਹੈ ਵਿਦ ਰਿਸਪੈਕਟ ਟੂ ਬੇਸ ਜਦੋਂ ਇਹਨਾਂ ਦੋਨਾਂ ਦਾ ਮਲਟੀਪਲਾਈ ਕਰਾਂਗੇ ਦੋਨੋਂ ਮੈਟ੍ਰਿਸਿਸ ਨੂੰ ਤੇ ਉਹ ਟੀ ਆਫ v ਵਿਦ ਰਿਸਪੈਕਟ ਟੂ ਬੇਸ ਦੇ ਬਰਾਬਰ ਹੋਏਗਾ। ਹੁਣ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ ਦੇਖੋ ਗਿਵਨ ਕੀ ਦਿੱਤਾ ਗਿਵਨ ਆਪਣੇ ਕੋ ਬੇਸਿਸ ਗਿਵਨ ਦਿੱਤਾ ਸੀ ਕਿ ਇਹਦਾ ਬੇਸਿਸ ਹੈ ਵੈਕਟਰ ਸਪੇਸ v ਓਵਰ ਦਾ ਫੀਲਡ f t ਆਪਣੇ ਕੋ ਲੀਨੀਅਰ ਆਪਰੇਟਰ ਦਿੱਤੀ ਹੈ। ਹੁਣ ਆਪਾਂ ਕੋਈ ਵੀ ਐਲੀਮੈਂਟ ਅਗਰ v ਵੈਕਟਰ ਸਪੇਸ ਦਾ ਲੈ ਲਈਏ ਤੇ ਉਹਨੂੰ ਆਪਾਂ ਲੀਨੀਅਰਲੀ ਐਕਸਪ੍ਰੈਸ ਕਰ ਸਕਦੇ ਯੂਨੀਕਲੀ ਐਕਸਪ੍ਰੈਸ ਕਰਦੇ ਲੀਨੀਅਰ ਕੰਬੀਨੇਸ਼ਨ ਆਫ ਦਾ ਐਲੀਮੈਂਟ ਆਫ b ਕਿਉਂ ਕਿਉਂਕਿ ਮੈਂ ਉਹਨੂੰ ਕਿਹਾ ਹੈ ਲੀਨੀਅਰ ਸਪੈਨ ਦੀ ਡੈਫੀਨੇਸ਼ਨ ਯੂਜ਼ ਕੀਤੀ ਹੈ uses the linear span definition ਕਿ ਅਗਰ ਕੋਈ ਵੀ v ਐਲੀਮੈਂਟ ਹੈ ਵੈਕਟਰ ਸਪੇਸ ਦੇ ਵਿੱਚ ਤੇ ਮੈਂ ਉਹਨੂੰ ਐਕਸਪ੍ਰੈਸ ਕਰ ਸਕਦਾ ਦੈਟਸ ਅ ਸਮੇਸ਼ਨ ਆਫ ਅਲਫਾ i vi that is all vi belongs to the अपने को basis है ठीक है ना। this is a definition of linear span कि v ਨੂੰ ਮੈਂ ਇਕੁਅਲ ਕਰ ਸਕਦਾ that is a linear combination of the element of the basis ਉਹੀ ਉਹਨਾਂ ਨੇ ਕੀਤਾ ਹੈ। ਹੁਣ ਉਹਨਾਂ ਨੇ ਅਲਫਾ i ਦੀ ਥਾਂ ਤੇ ਬੀਟਾ i ਲੈ ਲਿਆ ਜਾਂ ਬੀਟਾ j ਲੈ ਲੇ। ਹੁਣ ਦੇਖੋ v ਨੂੰ ਐਕਸਪ੍ਰੈਸ ਕਰ ਦਿੱਤਾ that is a beta 1 v1 plus beta 2 v2 plus and so on beta n vn ਬੀਟਾ j ਜਿੰਨੇ ਵੀ ਨੇ ਸਾਰੇ ਫੀਲਡ ਨੂੰ ਬਿਲੋਂਗ ਕਰ ਰਹੇ ਨੇ ਤੇ ਇਹਨੂੰ ਮੈਂ ਲਿਖ ਸਕਦਾ ਬੀਟਾ j vj ਸਮਿਸ਼ਨ j1 ਤੋਂ ਲੈ ਕੇ n ਦੇ ਵਿੱਚ ਜਾ ਰਹੀ ਹੈ। ਹੁਣ ਧਿਆਨ ਨਾਲ ਦੇਖਣੀ ਹੈ। ਹੁਣ ਨੈਕਸਟ ਸਟੈਪ ਆਂਦਾ ਕਿ this is a matrices representation of the matrices v with respect to the basis। ਹੁਣ ਉਹਨਾਂ ਨੇ ਕਿਹਾ ਕਿ ਅਗਰ ਆਪਾਂ v with respect to the basis ਬਣਾਉਣਾ ਸੀਗਾ ਪਹਿਲੇ ਤਾਂ ਆਪਣੇ ਕੋਲ ਐਲੀਮੈਂਟ ਕਿੰਨੇ ਨੇ ਹੁਣ ਦੇਖੋ ਸਕੇਲਰਸ ਕੀ ਹੈ ਬੀਟਾ 1 ਤੋਂ ਲੈ ਕੇ ਬੀਟਾ n ਤੱਕ ਬੀਟਾ 1 ਤੋਂ ਲੈ ਕੇ ਬੀਟਾ n ਤੱਕ ਉਹਨਾਂ ਦੀ ਟਰਾਂਸਪੋਜ਼ ਕਰ ਦੋ ਤੇ ਉਹ ਇਕੁਅਲ ਹੋ ਜਾਏਗੀ ਆਪਣੇ ਕੋ v ਵੈਕਟਰ ਵਿਦ ਰਿਸਪੈਕਟ ਟੂ ਦਾ ਬੇਸਿਸ ਤੇ ਬੀਟਾ 1 ਬੀਟਾ 2 ਇਹ ਆਪਣੇ को कॉलम बन जाएगा दैट इज अपने को किहदे इक्वल हो गया मैट्रिसेस ऑफ v विद रिस्पेक्ट टू द बेस ये अपने को आ गया। ਹੁਣ ਉਸ ਤੋਂ ਬਾਅਦ ਆਪਣੇ को आ गया दूसरा मैट्रिसेस ਕਿਹੜਾ ਸੀਗਾ ਹੁਣ नेक्स्ट देखना है कि v मैट्रिसेस विद रिस्पेक्ट टू बेस दैट इज अपने को बीटा 1 ਤੋਂ ਲੈ ਕੇ बीटा n ਤੱਕ ਇੱਕ ਕੋਲਮ ਮੈਟ੍ਰਿਸਿਸ ਆ ਗਿਆ ਸਿੰਗਲ ਕੋਲਮ ਮੈਟ੍ਰਿਸਿਸ ਆ। ਹੁਣ ਬੇਸਿਸ ਦੇ ਵਿੱਚ ਕਿੱਦਾਂ ਦੇ ਐਲੀਮੈਂਟ ਸੀਗੇ v1 ਤੋਂ ਲੈ ਕੇ vn ਤੱਕ this is the basis of the vector space v। ਹੁਣ ਆਪਣੇ ਕੋ ਹਰ ਇੱਕ ਐਲੀਮੈਂਟ ਅਗਰ ਮੈਂ ਸਾਰੇ ਐਲੀਮੈਂਟ ਲੈ ਲਏ ਵੈਕਟਰ ਸਪੇਸ ਦੇ ਵਿੱਚ ਕਹਿ ਰਿਹਾ ਕਿ ਆਪਣੇ ਕੋ v1 ਐਲੀਮੈਂਟ ਹੈ ਲੈ ਲਿਆ ਵੈਕਟਰ ਸਪੇਸ ਤੇ ਇਟ ਮੀਨਸ ਕਿ v1 ਨੂੰ ਮੈਂ ਐਕਸਪ੍ਰੈਸ ਕਰ ਸਕਦਾ ਹੁਣ v1 ਨੂੰ ਐਕਸਪ੍ਰੈਸ ਕਰ ਸਕਦਾ। ਹੁਣ ਦੇਖੋ ਅਗਰ ਇਹ ਐਲੀਮੈਂਟ ਆਪਣੇ ਕੋ v ਹੈ ਤੇ ਆਪਣੇ ਕੋ ਮੈਪਿੰਗ ਕਿੱਦਾਂ ਦੀ ਜਾ ਰਹੀ ਹੈ v ਵੈਕਟਰ ਸਪੇਸ ਦੇ ਵਿੱਚੋਂ v ਵੈਕਟਰ ਸਪੇਸ ਹੁਣ ਇਹਦੇ ਵਿੱਚ v1 ਐਲੀਮੈਂਟ ਹੈ ਉਹਦੇ ਤੇ ਮੈਪਿੰਗ ਲਗਾਉਂਗਾ ਤੇ ਇਸ ਸੈੱਟ ਦੇ ਵਿੱਚ ਕਿੱਦਾਂ ਦਾ ਐਲੀਮੈਂਟ ਹੋਏਗਾ t ਆਫ v1 ਅਗਰ ਇਹਦੇ ਵਿੱਚ v2 ਐਲੀਮੈਂਟ ਹੈ ਫਿਰ t ਮੈਪਿੰਗ ਲਗਾਉਂਗਾ ਇਹਦੇ ਵਿੱਚ ਐਲੀਮੈਂਟ ਕਿੱਦਾਂ ਦਾ ਹੋਏਗਾ t ਆਫ v2। ਹੁਣ ਜਿਹੜਾ t ਆਫ v1 ਹੈ t ਆਫ v2 ਹੈ ਉਹ ਕਿਹੜੇ ਸੈੱਟ ਨੂੰ ਬਿਲੋਂਗ ਕਰ ਰਿਹਾ ਉਹ ਰਾਈਟ ਹੈਂਡ ਵਾਲੀ ਵੈਕਟਰ ਸਪੇਸ ਨੂੰ ਬਿਲੋਂਗ ਕਰ ਰਿਹਾ। ਉਹ ਇਹੀ ਕਹਿ ਰਿਹਾ ਕਿ ਅਗਰ v1 v2 v3 ਇਸ ਵੈਕਟਰ ਸਪੇਸ ਨੂੰ ਬਿਲੋਂਗ ਕਰ ਰਹੇ ਨੇ ਤੇ ਜਿਹੜੀ ਮੈਪਿੰਗ ਲਗਾਉਣ ਤੋਂ ਬਾਅਦ t v1 t of v2 t ਐਂਡ ਸੋ ਔਨ t of vn ਉਹ ਇਸ ਮੈਟ੍ਰਿਸਿਸ ਨੂੰ ਬਿਲੋਂਗ ਕਰੋਗੇ। ਹੁਣ ਇਸ ਨੂੰ ਬਿਲੋਂਗ ਕਰੋਗੇ ਮਤਲਬ ਕਿ ਇਹਦਾ ਅਗਰ ਹਰ ਇੱਕ ਐਲੀਮੈਂਟ ਲਾਉਂਗਾ मान लो कि t of v1 is belongs to the any vector space that means
किनू मैं एक्सप्रैस कर सकदा लीनियर कंबीनेशन ऑफ द एलिमेंट ऑफ अल्फा आई जे ऑफ वी आई फॉर ऑल वी आई बिलोंग्स टू द बेसिस। फिर मैं डेफिनेशन लगाती लीनियर स्पैन दी, दिस इज आल्सो डेफिनेशन ऑफ लीनियर स्पैन। ठीक है जी, मैं ये भी वही लगाती हूँ। देखो टी ऑफ वी वन है, टी ऑफ वी वन है समीशन ऑफ अल्फा आई जे वी आई। हूँ देखो इन्होंने भी वही किया अल्फा वन वन वी वन अल्फा टू वन वी टू एंड सो ऑन अल्फा एन वन वी एन। इदे अगले वी टू के लिए अल्फा वन टू वी वन अल्फा टू वी टू एंड सो ऑन अल्फा एन टू वी एन। इदे अपने को वी एन के लिए अल्फा वन एन वी वन प्लस अल्फा टू एन वी टू प्लस एंड सो ऑन अल्फा एन वी एन। ਹੁਣ ਆਪਾਂ ਇਹਨੂੰ ਸਮ ਅਪ ਕਰਕੇ ਅਲਫਾ ਟੀ ਆਫ ਵੀ ਜੇ ਹੁਣ i 1 ਤੋਂ ਲੈ ਕੇ n ਦੇ ਵਿੱਚ ਚੇਂਜ ਹੋ ਰਿਹਾ, ਜੇ ਆਪਣੇ ਕੋ 1 ਤੋਂ ਲੈ ਕੇ n ਦੇ ਵਿੱਚ ਚੇਂਜ ਹੋ ਰਿਹਾ। ਬੋਥ ਆਰ ਚੇਂजेस i 1 ਤੋਂ ਲੈ ਕੇ n ਦੇ ਵਿੱਚ ਔਰ ਜੇ ਵੀ ਆਪਣੇ ਕੋ i 1 ਤੋਂ ਲੈ ਕੇ n ਦੇ ਵਿੱਚ। ਹੁਣ ਅਗਰ ਮੈਂ ਟੀ ਆਫ ਮੈਪਿੰਗ ਵਿਦ ਰਿਸਪੈਕਟ ਟੂ ਬੇਸਿਸ ਲੈਣਾ ਦੈਟ ਇਜ਼ ਆਪਣੇ ਕੋ ਕਿਹਦੇ ਇਕੁਅਲ ਦਿੱਤੀ ਸੀ ਉਹਨਾਂ ਨੇ ਮੈਟ੍ਰਿਸਿਸ ਆਫ ਅਲਫਾ i ਜੇ ਉਹ ਕਿਹਦੀ ਹੈ n ਕ੍ਰੋਸ n। दैट इज अपने को अल्फा वन वन अल्फा वन टू तो लैके अल्फा वन एन अल्फा टू वन टू टू तो अल्फा टू एन एंड सो एन अल्फा एन वन एन टू तो एन एन। ये अपने को हो गया। हुण अपने को आ दोनों मैट्रिसेस अपने को पता लग गया, एक आ वाली मैट्रिसेस एक आ वाली मैट्रिसेस, ये दोनों मैट्रिसेस पता लग गया। हुण आपां इहनूं की करना राइट हैंड साइड के बराबर करना सी। मैं की करना राइट हैंड साइड वाली टर्म की सी दैट इज ए टी ऑफ वी। टी ऑफ वी नूं मैं लिख सकदा टी इदां ही रहेगा, वी नूं मैं किहदे इक्वल कीता सी अगर पीछे जाके देखो दैट इज समीशन ऑफ वी किहदे इक्वल सीगा वी इक्वल सीगा दैट इज समीशन ऑफ जे 1 तो लैके n तक बीटा जे वी जे। हुण मैं वही वैल्यू पुट कर दी वी की वैल्यू तो वैल्यू पुट कर दी बीटा जे कॉन्स्टेंट है बाहर आ गया या स्केलर है बाहर आ गया टी ऑफ वी जे। हुण टी ऑफ वी जे की वैल्यू मैं आ वाली पुट कर दी टी ऑफ वी जे की वैल्यू इतने आ वाली पुट करती समीशन ऑफ i 1 तो लैके n अल्फा आई जे वी आई। हुण अल्फा आई जे तो बीटा जे इकट्ठे कर दिते वी आई बाहर कर दिता। हुण अल्फा आई जे तो बीटा जे नूं आपां एक्सपैंड कर दिता करांगे जे की वैल्यू पुट कर देंगे 1 तो लैके n तक। पहले की आएगी अल्फा आई वन बीटा वन अल्फा आई टू बीटा टू एंड सो ऑन अल्फा आई एन बीटा एन वी आई। हुण आई की वैल्यू नूं एक्सपैंड कर देंगे 1 तो लैके n के लिए साडे को पूरी एक्सपेंशन फॉर्म कर देंगे। आपां एक्सपेंशन फॉर्म कर दी एलिमेंट कितना दे आए अल्फा वन वन बीटा वन अल्फा वन टू बीटा टू एंड सो एन अल्फा वन एन बीटा एन वी वन। फिर अल्फा टू वन बीटा वन फिर अल्फा टू बीटा टू एंड सो एन अल्फा टू एन बीटा एन वी टू प्लस एंड सो एन अल्फा एन वन बीटा वन प्लस अल्फा एन टू बीटा टू अल्फा एन बीटा एन वी एन। हूँ जो एक्सपैंड कर दी दैट इज़ अ मैट्रिसिस हो गया टी ऑफ वी है मैट्रिसिस है विद रिस्पैक्ट टू द बेसिस अपने को सारे एलिमेंट आ गए। जे मैं इस चीज़ को अपने को लीनियर कंबीनेशन की फॉर्म के लिखा दैट इज़ अपने को अल्फा वन वन बीटा वन अल्फा टू वन टू बीटा टू प्लस एंड सो ऑन अल्फा वन एन बीटा एन। इधे अपने को एन इक्वेशंस बन जानियाँ। फिर मैं सैपरेट कर दूंगा क्योंकि प्रोडक्ट है प्रोडक्ट के अपने को की होंदा अगर अपने को प्रोडक्ट बनानी है इक्वेशंस बननी है तो अपने को की होएगा अगर मैं सैपरेट कर दूंगा तो मेरे को दो मैट्रिसेस बनूंगे केड़े केड़े अल्फा वन 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 टू अल्फा वन एन अल्फा टू वन टू टू एन अल्फा एन वन एन टू अल्फा एन एन ते बीटा वन तो लैके बीटा एन तक कॉलम मैट्रिसेस। ए किहदे इक्वल सीगा ए इक्वल सीगा टी ऑफ बी दे ए किहदे इक्वल सीगा दैट इज वी ऑफ बी दे। हुण ये दोनों के प्रोडक्ट दे अपने को इत्थे जाके सोल्यूशन कंप्लीट हो जाता। दैट इज ए वेरी इंपॉर्टेंट थ्योरम है तो तुसीं अपने आप कर सकते हो।